वालदा अपनी बेटी के बारे में ये बात कह रही है कि ये चोर है, इस पे एतमाद नहीं करो, और आप पुप्पो होने के नाते उस पे एतमाद करिए। ਮੇਰੀ ਦਿਲ ਤੇ ਰੂਹ ਨਾਲ ਤੈਨੂੰ ਬਦਦੁਆ ਏ, ਤੈਨੂੰ ਕਦੀ ਜ਼ਿੰਦਗੀ ਚ ਢੋਈ ਨਹੀਂ ਮਿਲੇਗੀ। ਤੇ ਜਿਹੜਾ ਬੇਟਾ ਤੂੰ ਇਹਦੇ ਨਾਲ ਨਿਕਾਹ ਕਰ ਲਿਆ ਨਾ ਪੁੱਤਰ, ਇਹਨੂੰ ਚੰਗੀ ਸਮਝ ਕੇ, ਜੇ बेटा तू 1 महीने तो बाद ना ही रोंदा मेरे को आए कि। अस्सलाम वालेकुम नाज़रीन, मैं हूं आपकी मेज़बान फरा इकबाल। नाज़रीन, आज मैं मौजूद हूं अटारी शोबा में। मेरे साथ अनम की जो है बुप्पो मौजूद हैं। अनम जो है, इनकी बुप्पो का कहना है कि इंतहाई बद किरदार लड़की थी। जगह जगह जो है वो अपने लड़कों के साथ बात करती थी। उनके घर वालों ने उसको निकाल दिया, उनकी बुप्पो ने यहाँ पे इस घर में उसको पनाह दी है और इन्हीं के घर के वो जेवर और पैसे वगैरह लेके चली गई है। ये सारा वाक़या किस तरह से हुआ है जानते हैं अनम की बुप्पो से। अस्सलाम वालेकुम। वालेकुम अस्सलाम। अब मुझे बताएं कि अनम आपकी क्या लगती है? मेरे भाई की बेटी है। भतीजी है आपकी? ये भतीजी है। तो आप उसको अपने घर में किस तरह से लेके आई थी? उनके घर में थोड़ा मसला था, लड़ाई हुई है, तो वो भाग के इधर आ गई है। मैंने उस बात की लड़ाई हुई थी? उसकी अम्मी के और भाई और अब्बू के कुछ डांट टपड़ती, लड़कों को फोन करती थी, वो मना करते थे कि भी। अनम लड़कों को फोन करती थी? हाँ जी, अनम मुंडिया ਨੂੰ ਫੋਨ ਕਰਦੀ ਸੀ ਤੇ ਉਹਨਾਂ ਨੇ ਮਨਾ ਕੀਤਾ ਕਿ ਨਾ ਕਰ। ਇਸ ਗੱਲ ਤੋਂ ਹੀ ਝਗੜਾ ਹੋਇਆ ਹੈ ਤੇ ਉਹ ਮਾਂ ਨੇ ਜਾਂ ਭਰਾ ਨੇ ਚਪੇੜ ਮਾਰੀ ਹੈ ਤੇ ਉਹ ਦੌੜ ਆਈ ਹੈ। आपका घर नज़दीक ही है अनम के घर से? हाँ जी, बिल्कुल नज़दीक मेरा घर ही है। क्या आपको ये चीज़ इल्म नहीं था कि अनम जो है इस हरकतों की वजह से आपके घर में आई है? ਨਹੀਂ, ਮੇਰੇ ਕੋਲੋਂ ਪਨਾਹ ਲੈਣ ਆਈ ਸੀ ਕਿ ਫੁੱਫੋ ਮੈਨੂੰ ਭਾਈ ਮਾਰਦਾ ਏ, ਅੱਬੂ ਮਾਰਦਾ ਏ, ਅੰਮੀ ਮਾਰਦੀ ਏ ਤੇ ਤੁਸੀਂ ਮੇਰੀ ਹੈਲਪ ਕਰੋ। ਤੇ ਉਧਰੋਂ ਦੀ ਅੰਮੀ ਨੇ ਪਹਿਲੇ ਰਿਸ਼ਤਾ ਵੀ ਵੇਖ ਰੱਖਿਆ ਸੀ ਇਹਦਾ। ਮਾਂ ਨੂੰ ਮੈਂ ਫੌਰਨ ਆਪਦੇ ਭਾਈ ਨੂੰ ਫੋਨ ਕੀਤਾ ਕਿ ਭਾਈ ਇਹ ਫੋਨ ਬੱਚੀ ਇੱਧਰ ਆ ਗਈ ਏ। ਉਹਨੇ ਕਿਹਾ ठीक है बेटा आ गई है ना। तो क्या अनम जब अपने घर से भाग गई, उसके घर वालों को पता नहीं था कि अनम हमारे घर से भाग गई है? ਪਤਾ ਸੀ ਜੀ, ਪਤਾ ਥਾ ਉਹਨਾਂ ਨੂੰ ਪਤਾ ਹੈ। अच्छा। ਤੇ ਮੈਂ ਫੌਰਨ ਫੋਨ ਕੀਤਾ ਜਦੋਂ ਮੇਰੇ ਕੋਲ ਪਹੁੰਚੀ ਹੈ। ਮੈਂ ਫੋਨ ਕਰਤਾ ਭਾਬੀ ਤੇ ਭਾਈ ਨੂੰ ਕਿ ਇੱਧਰ ਆ ਗਈ ਏ, ਪਰੇਸ਼ਾਨ ਨਾ ਹੋਇਆ ਜੇ ਲੱਭਿਆ ਜੇ ਨਾ। ਉਹ ਆ ਕੇ ਇੱਥੇ ਰੁਕੀ ਏ। ਇਹ ਮਾਪਿਓ ਪਿੱਛੇ ਆਏ ਨੇ। ਇਹਨਾਂ ਨੇ ਕਿਹਾ ਕਿ ਅਸੀਂ ਇਹ ਕੁੱਤੀ ਦਾ ਰਿਸ਼ਤਾ ਪਹਿਲੇ ਵੇਖਿਆ ਤੇ ਇਹਦਾ ਨਾ ਆਪਾਂ ਚੁੱਪ ਕਰਕੇ ਨਿਕਾਹ ਦੇ ਦਈਏ, ਮੁੜ ਕੇ ਵੀ ਇਹ ਨਾ ਇੱਧਰ ਉੱਧਰ ਬੜਾ ਦੌੜਦੀ ਏ ਤੇ ਇਹਦਾ ਆਪਾਂ ਨਿਕਾਹ ਦੇ ਦਈਏ। ਅਗਰ ਤੂੰ ਭੈਣ ਏ, ਪਿਓ ਦੀ ਧੀ ਏ, ਮਾਂ ਜਾਈਏ ਤੇ ਮੇਰਾ ਸਾਥ ਦੇ। ਮੈਂ ਆਪਦੇ ਭਰਾ ਦਾ ਰੋਣ ਵੇਖਿਆ, ਮੈਂ ਕਿਹਾ ठीक है भाई, मैं ਤੁਹਾਡਾ ਸਾਥ ਦੇਣੀ ਆ। मतलब कि अनम इतनी ज़्यादा बिगड़ चुकी थी कि आप लोगों को मजबूरन उसका निकाह ही करना पड़ रहा था? ਜੀ, ਉਹਦਾ ਰਿਸ਼ਤਾ ਦੇਖ ਲਿਆ ਸੀ ਔਰ ਨਿਕਾਹ ਦੀ ਗੱਲ ਵੀ ਕਰ ਲਈ ਸੀ ਕਿ ਵੀ ਅਸੀਂ ਉਹਦਾ ਨਿਕਾਹ ਕਰਨੇ ਆ। ਠੀਕ ਹੈ। ਉਹ ਬੱਚੀ ਮੇਰੇ ਕੋਲ ਰਹੀ ਹੈ ਬੜੇ ਪਿਆਰ ਸਲੂਕ ਨਾਲ 4 ਦਿਨ। ਹਰ ਚੀਜ਼ ਹਾਂਡੀ ਬਣਾਉਣਾ ਸਿੱਖਣ ਲੱਗ ਪਈ। ਉਹ ਮੈਨੂੰ ਉਹਨੇ ਇਤਮਾਦ 'ਚ ਲਿਆ। ਭਾਬੀ ਪਿੱਛੇ ਆਈ, ਉਹਨੇ ਕਿਹਾ ਇਹਦੇ ਤੇ ਵਸਾ ਨਾ ਕਰ, ਇਹ ਚੋਰ ਏ, ਇਹਨੇ 1 ਮਿੰਟ 'ਚ ਚੋਰੀ ਕਰਕੇ ਦੌੜ ਜਾਣਾ ਹੀ। भाभी मतलब अनम की वालिदा? अनम की वालदा। मतलब एक वालदा अपनी बेटी के बारे में ये बात कह रही है कि ये चोर है, इस पे एतमाद नहीं करो, और आप पुप्पो होने के नाते उस पे एतमाद करिए। ਮੈਂ ਫੁੱਫੋ ਹੋਣ ਦੇ ਨਾਤੇ ਭਰਾ ਦਾ ਮੂੰਹ ਵੇਖਿਆ। ਮੈਂ ਕਿਹਾ ਚੱਲ ਮੇਰੇ ਭਰਾ ਦੀ ਔਲਾਦ ਏ, ਮੇਰਾ ਭਰਾ ਬਿਮਾਰ ਏ ਤੇ ਪਰੇਸ਼ਾਨ ਨਾ ਹੋਵੇ ਅਗਰ ਅਸੀਂ ਹੱਥੀਂ ਨਿਕਾਹ ਕਰ ਦਈਏ। ਇੰਨਾ ਤੱਕ ਕਿਹਾ ਕਿ ਮੈਂ ਖਰਚਾ ਵੀ ਕਰਾਂਗੀ ਜਿਹੜਾ ਤੇਰੇ ਨਿਕਾਹ ਦਾ ਹੋਏਗਾ। ਉਹਨੂੰ ਬਿਠਾਇਆ ਰੱਖਿਆ। ਉਹਨੇ 2-3 ਦਿਨ ਦੇ ਵਿੱਚ ਜਾਇਜ਼ਾ ਲਿਆ ਏ ਕਿ ਫੁੱਫੋ ਕਿੱਥੇ ਪੈਸੇ ਰੱਖਦੀ ਏ, ਕਿੱਥੋਂ ਕੱਢਦੀ ਏ। ਮੈਂ ਉਹਨੂੰ ਬੈਠ ਕੇ ਕਿਹਾ, ਮੈਂ ਕਿਹਾ ਮੈਨੂੰ ਸਾਰੇ ਰਿਸ਼ਤੇਦਾਰ ਕਹਿ ਰਹੇ ਨੇ ਕਿ ਤੇਰਾ ਨੱਕ ਲਵਾਏਗੀ, ਇਹ ਦੌੜ ਜਾਏਗੀ ਜਾਂ ਤੇਰਾ ਨੁਕਸਾਨ ਕਰੇਗੀ, ਤੇ ਬੇਟਾ ਮੈਂ ਤੇਰੇ ਤੇ ਭਰੋਸਾ ਕੀਤਾ ਹੈ। ਉਹਨੇ ਮੇਰੇ ਅੱਗੇ ਹੱਥ ਜੋੜੇ ਨੇ, ਫੁੱਫੋ ਅੱਲਾ ਤੇ ਭਰੋਸਾ ਰੱਖ, ਮੈਂ ਤੇਰਾ ਕਦੀ ਵੀ ਤੈਨੂੰ ਪਰੇਸ਼ਾਨ ਨਹੀਂ ਹੋਣ ਦਾਂਗੀ। अच्छा, अनम की ऐसी कौन सी हरकतें थी जिसकी वजह से आप सभी जो है उसे इतने ज़्यादा बदजन हुए हुए थे? ਲੜਕਿਆਂ 'ਚ ਬਹੁਤ ਇੰਟਰਸਟ ਹੈ, ਰਕਸ਼ੇ ਵਾਲਿਆਂ ਨਾਲ। ਜਿਹੜੇ ਜੋ ਚੰਗੜ ਸ਼ੰਗੜ ਨੇ ਨਾ, ਵੈਲਡਿੰਗ ਵਾਲੇ ਹੋ ਗਏ, ਰਕਸ਼ੇ ਵਾਲੇ ਹੋ ਗਏ, ਜਗ੍ਹਾ ਜਗ੍ਹਾ ਤੇ ਤੰਦੂਰ ਵਾਲੇ ਹੋ ਗਏ, ਉਹਨੇ ਦੋਸਤੀ ਪਾਈ ਏ ਜਗ੍ਹਾ ਜਗ੍ਹਾ ਤੇ। ਜਿੱਥੋਂ ਪਿਓ ਭਰਾ ਲੰਘੇਗਾ ਉਹ ਕਹਿਣਗੇ ਅਨਮ ਦਾ ਪਾਪਾ ਜਾ ਰਿਹਾ, ਉਹ ਅਨਮ ਦਾ ਭਾਈ ਜਾ ਰਿਹਾ। ਬੇਇੱਜ਼ਤ ਬੱਚੀ ਏ ਬਹੁਤ ਹੀ ਜ਼ਿਆਦਾ। ਉਹਦੇ ਜਾ ਕੇ ਜਿੱਥੇ ਰਹਿੰਦੀ ਹੈ ਨਾ ਉਸ ਮਹੱਲੇ 'ਚ ਇਨਕੁਆਇਰੀ ਕਰੋ, ਤੁਹਾਨੂੰ ਸਾਰੇ 2 ਨੰਬਰ ਤੋਂ ਇਲਾਵਾ ਨਹੀਂ ਬੋਲਣਗੇ। ਉਹ ਕਹਿਣਗੇ ਆਂਟੀ ਉਹ ਅਨਮ ਦੀ ਗੱਲ ਕਰ ਰਹੇ ਹੋ, ਤਾਂ 2 ਨੰਬਰ ਏ, ਅਸੀਂ ਉਹਦੇ ਨੰਬਰ ਬਲੌਕ ਕਰਨੇ, ਉਹ ਸਾਨੂੰ ਫੋਨ ਕਰਨੋਂ ਨਹੀਂ ਹਟਦੀ। ਇੱਥੇ ਹੁਣ ਉਹਨੇ ਨਿਕਾਹ ਜਾ ਕੇ ਕਰ ਲਿਆ ਅੱਗੇ, ਤੇ ਇੱਥੇ 4-5 ਮੁੰਡੇ ਐਵੇਂ ਫਸਾ ਗਈ ਏ। 4-5 ਮੁੰਡਿਆਂ अच्छा, आपके घर में रहते हुए भी ये हरकतें करके गई है? हम लोग ਹਾਂਜੀ, ਜਿਨ੍ਹਾਂ ਨੂੰ ਅਸੀਂ ਹੁਣ ਪਕੜਦੇ ਪਿਆ ਨਾ ਉਹਦੇ ਮੋਬਾਈਲਾਂ ਤੋਂ ਨੰਬਰ ਕੱਢ ਕੇ, ਉਹ 4-5 ਮੁੰਡੇ ਐਵੇਂ ਫਸਾ ਗਈ ਏ। ਉਹ ਅਸੀਂ ਉਹਨਾਂ ਦੇ ਪਿੱਛੇ ਭੱਜਨੇ ਆ ਕਿ ਤੁਹਾਡੇ ਕੋਲ ਸਾਡੀ ਕੁੜੀ ਏ, ਤੁਹਾਡੇ ਕੋਲ ਸਾਡੀ ਕੁੜੀ ਏ। ਪਤਾ ਨਹੀਂ ਕਿੱਥੇ ਕਿੱਥੇ ਰਹਿੰਦੀ ਰਹੀ ਏ, ਕੀ ਕਰਦੀ ਰਹੀ ਏ। ਇਹ ਭਾਬੀ ਤੇ ਕਦੀ ਉਹ ਘਰੋਂ ਨਿਕਲ ਜਾਏ ਤੇ ਇਹਨੇ ਕਦੀ ਪਤਾ ਨਹੀਂ ਲਿਆ। ਇਹ ਕਹਿੰਦੀ ਹੈ ਮਗਰੋਂ ਲਵੇ। ਪਹਿਲੇ ਇਹਦਾ 1.5 ਲੱਖ ਰੁਪਇਆ ਲੈ ਕੇ ਭੱਜੀ ਏ ਮੁੰਡੇ ਪਿੱਛੇ, ਤੇ ਇਹਨੇ ਫੜ ਲਿਆ ਇਹਨੂੰ, ਤੇ ਇਹਨੇ ਵੇਖਿਆ ਕਿ ਟਰੋਜ਼ਰ ਦੀ ਜੇਬਾਂ 'ਚ ਇਹਨੇ ਪੈਸੇ ਸੀਤੇ ਸੀ। ਉਹ ਇਹਦੀ ਕਿਸਮਤ ਚੰਗੀ, ਇਹਨੇ ਫੜ ਲਿਆ, ਲੈ ਗਈ। ਇਹ ਠੀਕ 2-3 ਮਹੀਨਿਆਂ ਬਾਅਦ ਇਹ ਕਾਰਵਾਈ ਮੇਰੇ ਵੱਲੇ ਪਈ ਏ। ਮੈਂ ਯਕੀਨ ਕੀਤਾ ਹੈ, ਇੱਕ ਇੱਜ਼ਤ ਦਿੱਤੀ ਏ ਬੱਚੀ ਸਮਝ ਕੇ। ਉਹਨੇ ਮੇਰਾ ਕਲਾ ਖਾ ਲਿਆ ਕਿ 4,80,000 ਉਹ ਲੈ ਗਈ, ਨਾਲ ਉਹ ਕਾਂਟੇ ਤੋਲਾ ਲੈ ਗਈ।
اچھا مجھے آپ یہ بتائیں کہ آپ کو جب پتا تھا کہ انم کا کردار اتنا ہی خراب ہے، مطلب اب اس کے بارے میں کیا بات؟ ان کی پھپھو یہ کہہ رہی ہے کہ ہر لڑکے کے ساتھ اس بندی کی دوستی تھی، ٹھیک ہے، ہر لڑکا اس کو جانتا تھا، مطلب وہ اپنے والد اپنے بھائی کے نام سے نہیں جانی جاتی تھی، وہ اپنے نام سے جانی جاتی تھی. آپ کو اتنا اس کے بارے میں پتا تھا، پھر آپ نے اپنے گھر میں کیوں پناہ دی ہوئی تھی؟ آپ یہ دیکھیں کہ ہم نے تو ایک اللہ سے ڈر کے ایک نیک کام کرنے کی کوشش کی ہے کہ میرے گھر میں بھی بیٹیاں ہیں، تو میں نے چاہا کہ ایک بیٹی ہے جا کے وہ جگہ جگہ جا کے خراب ہو، تاکہ وہ ایک بندے کے ساتھ اس کا نکاح کریں اور اپنے آپ کو وہ سیٹ کر لے. ظاہری سی بات، اس کو شادی کی ضرورت ہے، اسی لیے وہ یہ حرکتیں کر رہی تھی. تو ہم نے سوچا ہم اس کی شادی کر دیں. اس کی والدہ بھی ہمارے ساتھ گئی، ہم نے رشتہ دیکھا، سب کچھ کیا ہے، اس کے باوجود اس نے ہمیں دھوکے میں رکھا اور بڑے اچھے طریقے سے بڑی صفائی کے ساتھ اس نے ہمارے گھر میں یہ چیز کی ہے. کیا کیا سامان لے کے گئی ہے واپس گھر سے؟ وہ ہمارے گھر سے کچھ 4,80,000 روپیہ تھا جو پڑا ہوا تھا. میں نے ایک گاڑی نکلوانی تھی اپنی، تو اس کے پیسے میں نے جمع کیے ہوئے تھے. تو وہ جو ٹاپ جو 1 تولہ جو زیور تھا وہ میرا نہیں تھا، وہ اس کی چھوٹی سسٹر نے ادھر رکھوایا ہوا تھا اپنا. تو وہ بیچاری کا وہ بھی اس کے ساتھ وہ بھی اس کو صاف کر کے لے گئی ہے. تو اب میری آپ لوگوں سے یہ اپیل ہے کہ دیکھیں، ہمیں انصاف چاہیے، انصاف ملنا چاہیے، کیونکہ ہم نے تو نیکی کرنے کی کوشش کی ہے تو ہمیں اس کے بدلے میں دھوکہ ملا ہے. تو پلیز آپ لوگ اس کو دیکھیں کہ جو ہماری چیزیں گئی ہیں پلیز ہمیں وہ ملنی چاہیے واپس. اگر اس نے شادی کر لی تو اپنے گھر میں خوش رہے وہ. اچھا آپ مجھے آپ یہ بتائیں کہ انم کو جو ہے آپ نے اپنے بھائی کی عزت سمجھ کے، اپنا خون سمجھ کے اس کو اپنے گھر میں عزت دی، اس کو پناہ دی، اور وہ آپ ہی کے ساتھ یہ سب کچھ کر کے چلی گئی ہے. کیا کہنا چاہو گے آپ اس کو؟ میں بیٹا یہ کہنا چاہنی ہے کہ انم بیٹا میں تیرے تے بھروسہ کیتا، تو مینوں کیا پھپھو اللہ تے بھروسہ کر، مینوں پناہ دے پھپھو میرا ساتھ دے. میں بیٹا تیرا ساتھ دیتا، لیکن مینوں تو جنہ پریشان کر کے گئی ہے، میری دل تے روح نال تینوں بد دعا ہے، تینوں کدی زندگی چڑھوئی نہیں ملے گی. تے جڑا بیٹا تو اندے نال نکاح کر لیا ہی نا پتر، اینوں چنگی سمجھ کے، جے بیٹا تو 1 مہینے تو بعد نہ ہی روندا میرے کول آئے کہ پھپھو اے انم سانوں لے گئی، تے بیٹا میرے تے لعنت پا دیں. اے جڑی ماں نو، پھپھی نو، پیو بھرا نو انہاں ستا کے آئی ہے نا، اے سسرال دی کدی نہیں بنے گی. اے تینوں میں سمجھا رہی ہاں، جن منڈے نے نکاح کیتا ہے، عدیل ہے تو کوئی بھی ہے، اے بیٹا تو پچھتائیں گا، ایک دن تو روئیں گا کہ جیڑی انج ہاتھ مار کے تیرے کول آ گئی ہے، تو پناہ دیتی، اینوں نکاح کر لیا، ایک دن تو بیٹا روئیں گا، تو پچھتائیں گا اس دن نو. اے 5 مئی نو پچھتائیں گا تو 26 نو کہ بھی میں اس دن اس گھڑی تے دے نال نکاح کیتا ہے. اے میرا بیٹا پیغام ہے، تے کدی کوئی نکلی ہوئی کڑی نو پناہ نہیں دیندا، تے میں تینوں ویکھ کے حیران ہاں. آپ لوگوں کو اس بات کا پتہ ہے کہ اس نے نکاح کر لیا؟ جی ہمیں پتہ ہے، ابھی مجھے تھانے سے اس کا میسج آیا ہے کہ اس نے نکاح کر لیا ہے، لیکن اس کی ایج ابھی وہ نہیں ہے کہ نکاح کی ہونی چاہیے. 16 سال اس کی ایج ہے، تو اس کا ID کارڈ نہیں بنا. عمر کیا ہے انم کی؟ 16 ہوگی عمر اس کی، اور اس کا بھی ID کارڈ بھی نہیں بنا. اور میرے خیال سے ID کارڈ کے بغیر نکاح ہوتا ہے یا نہیں ہوتا یہ کنفرم ہونا چاہیے ویسے. تو انہوں نے ID کارڈ کے بغیر اس سے نکاح کیا ہے. تو نکاح کی پکس ہیں میرے پاس، اگر آپ کہیں تو وہ بھی آپ کو دکھاتا ہوں میں. اچھا نکاح ہو گیا، وہ اپنے سسرال پہنچ گئی ہے، مطلب اپنے شوہر کے ساتھ اپنے سسرال والوں کے ساتھ رہ رہی ہے. آپ کے گھر سے وہ سامان لے کے گئی، صرف آپ یہ مطالبہ کر رہے ہیں کہ جو ہمارے گھر سے سامان اور زیور لے کے گئی ہے، پیسے وہ آپ کو واپس ملنا چاہیے. وہ ہمیں واپس ملنے چاہیے. بیٹی جی انہاں دی ہے، میرے بھرا دی بیٹی ہے، پرجائی دی عزت ہے یا اندے بھرا دی عزت ہے. ساڈے گھروں تے سارا ساڈا کھان پین جو بھی ساڈا جمع پونجی لے گئی ہے، سانو جس طریقے بھی ساڈا انصاف کرو، ساڈی رقم سانو واپس دواؤ، ساڈا زیور سانو دی زندگی نال کوئی نہیں، او جیوے مرے جو مرضی. اچھا بھائی مجھے آپ یہ بتائیں کہ لڑکی سے آپ کی ملاقات ہوئی، مطلب انم سے، اس کے شوہر سے آپ کی ملاقات ہوئی ہے، روبرو ہوئے ہیں آپ لوگ؟ نہیں جی ابھی ملاقات نہیں ہوئی. ہمیں ASI صاحب نے کہا ہے، عرفان صاحب نے، کہ آپ تفتیشی سے ملیں، آپ ان سے بات کریں کہ وہ آپ کو ان سے ملوائے یا ان کو پکڑے یا آپ کا جو بھی کام ہے وہ حل کرے. تو میرا نہیں خیال کہ ابھی میں ان کے پاس گیا نہیں ہوں، جیسے جاؤں گا پہنچوں گا تو پھر آپ کو میں انفارم بھی کروں گا جی مجھے کیا خبر ملی ہے. ناظرین انم کی پھپھو کا اور ان کے کیا نام ہے چچا کا اپنے بیان سنا. انتہائی افسوس والی بات ہے کہ جو جس گھر میں اس کو عزت دی جا رہی ہے، مطلب اپنے گھر سے اس کو نکال دیا، اس کی پھپھو نے یہاں پہ اس کو عزت سے رکھا، اور انہیں کے گھر کی جو ہے عزت اور چادر جو اچھال کے چلی گئی، مطلب سارے پیسے ان کے زیور وغیرہ ساتھ لے کے چلی گئی. ابھی صرف یہ ڈیمانڈ یہی کر رہے ہیں کہ اگر انہوں نے نکاح کر لیا تو ان کو کوئی اعتراض نہیں، صرف جو پیسے لے کے گئی ہے وہ واپس آ جائے. میں پولیس سے یہی کہوں گی کہ اس کیس کو دیکھیں اور ان کے جو پیسے ہیں جو ان کی جمع پونجی ہوئی ان کو واپس کی جائے. مجھے دیجیے اجازت، پھر ملیں گے الہانی کے بعد.